जेकर 15-20 दिनों तक ये ਜਿਹੜਾ ਇਹਨਾਂ ਤੇ ਕੋਈ ਕਾਰਵਾਈ ਨਹੀਂ ਕਰਦੇ ਇਹਨਾਂ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ ਤਾਂ ਅਸੀਂ ਜਿਹੜਾ ਇੱਥੋਂ ਜਿਹੜਾ ਟਰਾਲੀ ਭਰ ਕੇ ਇਹੀ ਕੂੜੇ ਦੇ ਡੰਪ ਦੇ ਵਿੱਚੋਂ ਗੰਦਾ ਇਹੀ ਜਿਹੜਾ ਹੈਗਾ ਪ੍ਰਸ਼ਾਸਨ ਅਧਿਕਾਰੀਆਂ ਦੇ ਬਾਰਗੇ ਤੇ ਇੱਥੋਂ ਦੇ ਐਮਐਲਏ ਦੇ ਬਾਰਗੇ ਲੈ ਕੇ ਜਾਵਾਂਗੇ ਤੇ ਉਹਨਾਂ ਨੂੰ ਭਾਵਾਂਗੇ, ਉਹਨਾਂ 'ਚ ਪਤਾ ਲੱਗੇ ਵੀ ਜਿਹੜਾ ਆ ਸਾਰਾ ਪਿੰਡ ਆ ਕਿਸ ਤਰ੍ਹਾਂ ਗੰਦ 'ਚ ਬੈਠਾ, ਇਹਨੂੰ ਹਲਕੇ 'ਚ ਨਾ ਲਿਓ। ਕਿਉਂਕਿ ਅਸੀਂ ਬੇਨਤੀਆਂ ਕਰਦੇ ਨੂੰ ਸਾਨੂੰ ਲਗਭਗ 2 ਮਹੀਨੇ ਹੋ ਗਏ ਆ, ਹੁਣ ਵੀ ਅਸੀਂ ਬੇਨਤੀਆਂ ਕਰਦੇ ਆ ਵੀ ਸਾਨੂੰ ਮਜਬੂਰ ਨਾ ਕਰੋ ਕਿ ਅਸੀਂ ਜਿਹੜਾ ਹੈਗਾ ਟਰਾਲੀਆਂ ਭਰ ਭਰ ਕੇ ਜਿਹੜੀਆਂ ਹੈਗੀਆਂ ਕਿ ਇਹਨਾਂ ਦੇ 12 ਮੂਹਰੇ ਲੈ ਕੇ ਜਾਣੀਆਂ ਪੈਣ। ਸਾਨੂੰ ਵੀ ਗੰਦ 'ਚ ਹੱਥ ਮਾਰਦਾ ਕੋਈ ਸ਼ੌਂਕ ਨਹੀਂ, ਪਰ ਤੁਸੀਂ ਸਾਨੂੰ ਗੰਦ 'ਚ ਭਾਈ ਬੈਠੇ ਹੋ, ਇਹ ਸਾਡੇ ਵਾਸਤੇ ਬੜੀ ਦੁੱਖ ਦੀ ਗੱਲ ਹੈ। ਗਿੱਦੜਬਾਹਾ ਦੇ ਪਿਊਰੀ ਰੋਡ ਤੋਂ ਕੂੜੇ ਦਾ ਡੰਪ ਚੁਕਵਾਉਣ ਲਈ ਪਿੰਡ ਵਾਸੀਆਂ ਨੇ ਕੀਤੀ ਦਸਤਖਤ ਮੁਹਿੰਮ ਸ਼ੁਰੂ। ਜੇਕਰ ਨਾ ਚੁੱਕਿਆ ਗਿਆ ਕੂੜੇ ਦਾ ਡੰਪ ਤਾਂ ਗੰਦ ਦੀਆਂ ਟਰੈਲੀਆਂ ਭਰ ਕੇ ਗਿੱਦੜਬਾਹਾ ਦੇ ਐਸਡੀਐਮ ਅਤੇ ਵਿਧਾਇਕ ਦੇ ਘਰ ਦੇ ਬਾਹਰ ਲਗਾਏ ਜਾਣਗੇ ਕੂੜੇ ਦੇ ਢੇਰ। ਸਮਾਜ ਸੇਵੀ ਪ੍ਰੋਫੈਸਰ ਗੁਰਪ੍ਰੀਤ ਸਿੰਘ ਕੋਟਲੀ ਨੇ ਅੱਜ ਇਤਿਹਾਸਿਕ ਗੁਰਦੁਆਰਾ 10ਵੀਂ ਪਾਤਸ਼ਾਹੀ ਗਿੱਦੜਬਾਹਾ ਵਿਖੇ ਕਿਤਾਬਾਂ ਦੀ ਸੰਘਣੀ ਆਬਾਦੀ 'ਚ ਬਣੇ ਕੂੜੇ ਦੇ ਡੰਪ ਨੂੰ ਚੁਕਾਉਣ ਲਈ ਇਸ ਸੰਬੰਧੀ ਬਣਾਈ ਸੰਘਰਸ਼ ਕਮੇਟੀ ਨਾਲ ਮੀਟਿੰਗ ਕੀਤੀ ਤੇ ਲਏ ਨੇ ਅਹਿਮ ਫੈਸਲੇ। ਗੁਰਪ੍ਰੀਤ ਸਿੰਘ ਕੋਟਲੀ ਨੇ ਕਿਹਾ ਕਿ ਇਸ ਕੂੜੇ ਦੇ ਡੰਪ ਕਾਰਨ ਤਲਵਾਰ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ, ਕਿਉਂਕਿ ਗਿੱਦੜਬਾਹਾ ਪਿੰਡ ਵਿੱਚ 15,000 ਤੋਂ ਵੱਧ ਸੰਘਣੀ ਆਬਾਦੀ ਹੈ, ਜਿੱਥੇ ਕਿ ਨਗਰ ਕੌਂਸਲ ਅੱਗੇ ਦਰਬਾਰਾਂ ਦੇ 4 ਏਕੜ ਕੂੜੇ ਦਾ ਡੰਪ ਬਣਿਆ ਹੋਇਆ ਹੈ। ਉਹਨਾਂ ਨੇ ਦੱਸਿਆ ਹੈ ਕਿ ਇਸ ਕੂੜੇ ਦੇ ਡੰਪ ਦੇ ਨਾਲ ਜਲ ਘਰ ਹੈ, ਜਿੱਥੇ ਲੋਕਾਂ ਨੂੰ ਪੀਣ ਵਾਲਾ ਪਾਣੀ ਮਿਲਦਾ ਹੈ। ਜੋ ਪ੍ਰਦੂਸ਼ਣ ਹੋ ਰਿਹਾ ਹੈ, ਉੱਥੇ ਹੀ ਕੂੜੇ ਦੀ ਗੰਦਗੀ ਦੇ ਨਾਲ ਘਰਾਂ 'ਚ ਜਾ ਰਹੀ ਬਦਬੂ ਕਾਰਨ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ। ਗੁਰਪ੍ਰੀਤ ਸਿੰਘ ਕੋਟਲੀ ਨੇ ਕਿਹਾ ਕਿ ਅੱਜ ਦਸਤਖਤ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਗਿੱਦੜਬਾਹਾ ਦੇ ਘਰ ਘਰ ਜਾ ਕੇ ਕੂੜੇ ਦੇ ਡੰਪ ਵਿਰੋਧੀ ਲੋਕਾਂ ਦੇ ਦਸਤਖਤ ਕਰਵਾ ਰਹੇ ਹਾਂ, ਤਾਂ ਕਿ ਲੋਕਾਂ ਦੀ ਸਹਿਮਤੀ ਲੈ ਕੇ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਸ਼ਿਕਾਇਤ ਕੀਤੀ ਜਾਵੇ। ਉਹਨਾਂ ਨੇ ਦੱਸਿਆ ਹੈ ਕਿ ਗਿੱਦੜਬਾਹਾ ਦੇ ਐਸਡੀਐਮ ਅਤੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਰਾਜਾ ਨੂੰ ਵੀ ਮੰਗ ਪੱਤਰ ਦਿੱਤਾ ਜਾਵੇਗਾ। ਹੋਰ ਇਸ ਸੰਬੰਧ ਵਿੱਚ ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ। ਅੱਜ ਇਸ ਮੀਟਿੰਗ ਡੰਪ ਦੇ ਬਾਬਤ ਤੇ ਮੀਟਿੰਗ ਕੀਤੀ ਗਈ ਸੀ, ਕਿਉਂਕਿ ਸਾਰੇ ਪਿੰਡ ਦੀ ਸਾਡੇ ਦੀ ਬਹੁਤ ਵੱਡੀ ਪਰੇਸ਼ਾਨੀ ਹੈ ਡੰਪ। ਇਹਨੂੰ ਚੁਕਵਾਉਣ ਦੇ ਬਾਬਤ ਅੱਜ ਅਸੀਂ ਮੀਟਿੰਗ ਰੱਖੀ ਸੀ ਗੁਰਦੁਆਰਾ ਸਾਹਿਬ 'ਚ, ਇਸ ਕਰਕੇ ਉਹ ਡੰਪ ਨੂੰ ਚੁਕਾਉਣ ਬਾਰੇ ਹੈ। ਕੀ ਐਕਸ਼ਨ ਹੈ ਤੁਹਾਡਾ ਜੀ? ਐਕਸ਼ਨ ਹੀ ਅਸੀਂ ਪਹਿਲਾਂ ਵੀ ਅਸੀਂ ਕਹਿ ਚੁੱਕਿਆ ਸੀ ਕਿ ਕੋਟਲੀ ਸਾਹਿਬ ਦਾ ਫਿਰ ਦੁਬਾਰਾ ਧੰਨਵਾਦ ਕਰਦੇ ਹਾਂ, ਕਿਉਂਕਿ ਬਾਈ ਜੀ ਕਿਸੇ ਪਿੱਛੇ ਕੋਈ ਨਹੀਂ ਆਉਂਦਾ ਗਾ। ਕੋਟਲੀ ਸਾਹਿਬ ਆਦੇ ਸਮੇਂ ਜੋ ਸਮਾਂ ਕੱਢ ਕੇ ਸਾਡੇ ਵਿਚਾਰੇ ਨਾਲ ਆਉਂਦੇ ਆ। ਇਹਦੇ ਵਿੱਚ ਹੀ ਅਸੀਂ ਮੰਨ ਲਓ ਕੋਈ ਅਸੀਂ ਇਹ ਨਹੀਂ ਕਿ ਜੀ ਅਸੀਂ ਅਕਾਲੀ ਦਲ, ਅਸੀਂ ਕਾਂਗਰਸੀ ਜਾਂ ਜੋ ਵੀ ਆ, ਠੀਕ ਹੈ, ਇਹ ਤਾਂ ਹੀ ਸਾਡਾ ਸਾਰੇ ਪਿੰਡ ਦਾ ਮਸਲਾ। ਅਸੀਂ ਤਾਂ ਹੀ ਗੱਲ ਸੁਣੋ, ਵੜਿੰਗ ਸਾਹਿਬ ਮੂਹਰੇ ਇਹੀ ਮਾਨਯੋਗ ਸਰਦਾਰ ਐਮਐਲਏ ਸਾਹਿਬ ਮੂਹਰੇ ਇਹੀ ਮੰਨ ਲਓ ਬੇਨਤੀ ਕਰਦੇ ਹਾਂ, ਕਿਉਂਕਿ ਇਹ ਇੱਕ ਬਹੁਤ ਵੱਡੀ ਸਮੱਸਿਆ ਹੈ। ਇਸ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਹੁਣ ਪਿੰਡ ਵਾਸੀਆਂ ਨੇ ਵੀ ਇਹੀ ਇੱਕ ਆਪਦਾ ਮਤਲਬ ਕਿ ਡਿਸਾਈਡ ਕੀਤਾ ਕਿ ਇਹਨੂੰ ਚੱਕ ਕੇ ਇੱਥੇ ਗਰਾਊਂਡ ਬਣਾਇਆ ਜਾਵੇ, ਠੀਕ ਹੈ ਜੀ। ਇੱਕ ਹੋਰ ਗੱਲ ਹੈ, ਜਦੋਂ ਮੰਨ ਲਓ ਚਲੋ ਹੁਣ ਤਾਂ ਠੀਕ ਹੈ, ਜਦੋਂ ਗਰਮੀਆਂ ਜ਼ਿਆਦਾ ਹੁੰਦੀਆਂ ਜੀ ਮਸਕਾਟ ਪਿਆ ਮਾਰਦਾ ਜੀ ਘਰਾਂ ਤੱਕ, ਠੀਕ ਹੈ, ਜ਼ਿਆਦਾ ਮੱਛਰ ਆ, ਮੱਖੀਆਂ ਹੈ। ਹੁਣ ਤੁਸੀਂ ਚਲੋ ਹੁਣ ਤਾਂ ਇਹ ਸਿੱਟਣੋਂ ਹਟ ਗਏ, ਕਿਉਂਕਿ ਇਹਨਾਂ ਨੂੰ ਵਾਰਨਿੰਗਾਂ ਮਿਲੀਆਂ ਹੋਈਆਂ। ਪਹਿਲਾਂ ਸੂਰ, ਕੁੱਤੇ, ਬਿੱਲੇ ਸਭ ਕੁਝ ਸੜਕਾਂ 'ਤੇ ਉੱਪਰ ਪਿਆ ਹੁੰਦਾ ਸੀ। ਬਕਾਇਦਾ ਸਾਡੇ ਕੋਲ ਇਹਨਾਂ ਦੀਆਂ ਵੀਡੀਓ ਬਣੀਆਂ ਹੋਈਆਂ ਜੀ। ਲਿਫਾਫੇ ਆਉਂਦੇ ਆ ਸਰ ਘਰਾਂ 'ਚ, ਤੁਸੀਂ ਦੇਖੋ ਸਮੱਸਿਆ ਹੀ ਸਮੱਸਿਆਵਾਂ ਜੀ। ਇਹ ਨਾਲ ਇਹ ਕੋਈ ਮਾਈਨਰ ਪ੍ਰੋਬਲਮ ਨਹੀਂ ਸਰ, ਇਹ ਪਿੰਡ ਦੀ ਇੱਕ ਬਹੁਤ ਵੱਡੀ ਮੇਜਰ ਪ੍ਰੋਬਲਮ ਹੈ, ਠੀਕ ਹੈ, ਜਿਹਦੇ ਨਾਲ ਹਰ ਇੱਕ ਬੰਦਾ ਹੀ ਚਾਹੁੰਦਾ ਵੀ ਸਾਨੂੰ ਇਸ ਤੋਂ ਮਤਲਬ ਕਿ ਮੁਕਤੀ ਮਿਲੇ। ਪਰ ਇਹ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਤਿੱਖਾ ਸੰਘਰਸ਼ ਆ ਜਿਹੜਾ ਵਿੱਢਿਆ ਜਾਊਗਾ। ਸੰਘਰਸ਼ ਅਸੀਂ ਹੁਣੇ ਹੀ ਵਿੱਢਣਾ ਸੀਗਾ, ਇਸੇ ਦਿਨਾਂ 'ਚ ਹੀ ਵਿੱਢਣਾ ਸੀ, ਪਰ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਹੈਗਾ ਕਿਸਾਨ ਅੰਦੋਲਨ ਆ, ਕਿਉਂਕਿ ਅਸੀਂ ਵੀ ਸਾਰੇ ਕਿਸਾਨ ਆ ਤੇ ਕਿਸਾਨ ਪਰਿਵਾਰਾਂ ਨਾਲ ਜੁੜੇ ਹੋਏ ਆ, ਤਾਂ ਕਰਕੇ ਕਿਤੇ ਵੀ ਉਹਨੂੰ ਜਿਹੜਾ ਹੈਗਾ ਸਾਡੇ ਇਸ ਸੰਘਰਸ਼ ਕਰਕੇ ਉਹਦਾ ਧਿਆਨ ਡਾਈਵਰਟ ਨਾ ਹੋ ਜੇ ਜਾਂ ਆਪਾਂ ਉਹਦੇ 'ਚ ਕੋਈ ਥੋੜੀ ਮੋਟੀ ਕਮੀ ਨਾ ਆ ਜੇ, ਤਾਂ ਕਰਕੇ ਅਸੀਂ ਜਿਹੜਾ ਆਪਦਾ ਸੰਘਰਸ਼ ਆ ਥੋੜਾ ਜਿਹਾ 15-20 ਦਿਨ ਅੱਗੇ ਪੋਸਟਪੋਨ ਕੀਤਾ ਸੀਗਾ। ਤੇ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਸਾਡਾ ਇਹ ਮਕਸਦ ਸੀਗਾ, ਕਿਉਂਕਿ ਸੰਬੰਧਿਤ ਅਧਿਕਾਰੀ ਜਾਂ ਐਮਐਲਏ ਸਾਹਿਬਾਨ ਨੂੰ ਇਹ ਨਾ ਲੱਗੇ ਵੀ ਇਹ ਕਿਤੇ ਭੁੱਲ ਹੀ ਗਏ ਆ ਵੀ ਇਹਨਾਂ ਨੇ ਜਿਹੜਾ ਹੈਗਾ ਇੱਕ ਵਾਰੀ ਪ੍ਰੈਸ ਕਾਨਫਰੰਸ ਕਰਤੀ ਹੈ, ਅੱਗੇ ਵੀ ਖਬਰਾਂ ਲੱਗੀਆਂ ਤੇ ਹੁਣ ਭੁੱਲ ਜਾਣਗੇ, ਪਰ ਇਹ ਨਹੀਂ ਹੋਣਾ। ਤੇ ਦੂਜੀ ਗੱਲ ਇਹ ਹੈ ਕਿ ਗਿੱਦੜਬਾਹਾ ਸ਼ਹਿਰ ਦੇ ਵਿੱਚ, ਕਿਉਂਕਿ ਗਿੱਦੜਬਾਹਾ ਇੱਕ ਹਲਕਾ ਤੇ ਸਾਡੇ ਮਾਨਯੋਗ ਐਮਐਲਏ ਸਾਹਿਬ ਨੂੰ ਚੰਡੀਗੜ੍ਹ ਕਹਿੰਦੇ ਆ, ਪਰ ਚੰਡੀਗੜ੍ਹ ਕੋਲੇ ਆਪਦਾ ਗਰਾਊਂਡ ਵੀ ਹੈ ਨਹੀਂਗਾ, ਜਿਹਦੇ ਵਿੱਚ ਕੋਈ ਮਲਟੀ ਫੈਸਿਲਿਟੀ ਗਰਾਊਂਡ ਨਹੀਂਗਾ ਵੀ ਜਿਹਦੇ 'ਚ ਹਾਕੀ ਖੇਡੀ ਜਾ ਸਕੇ, ਟੈਨਿਸ ਕੋਰਟ ਹੋਵੇ, ਬੈਡਮਿੰਟਨ ਹੋਵੇ, ਬਾਸਕਟਬਾਲ ਹੋਵੇ, ਕ੍ਰਿਕਟ ਦਾ ਹੋਵੇ। ਤਾਂ ਗਿੱਦੜਬਾਹਾ ਸ਼ਹਿਰ ਕੋਲੇ ਕੋਈ ਵੀ ਗਰਾਊਂਡ ਨਹੀਂ। ਜਿਹੜੇ ਮੁੰਡੇ ਖੇਡਦੇ ਉਹ ਵੀ ਆਪਦਾ ਪ੍ਰਾਈਵੇਟ ਆਪਾਂ ਕਿ ਠੇਕੇ ਤੇ ਜ਼ਮੀਨਾਂ ਲੈ ਕੇ ਖੇਡਦੇ ਆ। ਤੇ ਅਸੀਂ ਇਹ ਮੰਗ ਕਰਦੇ ਹਾਂ ਵੀ ਇਹ ਜਿਹੜਾ ਡੰਪ ਚੱਕ ਕੇ
ਠੀਕ ਹੈ ਇਹਨੂੰ ਕਿਤੇ ਹੋਰ ਬਣਾਇਆ ਜਾਵੇ, ਪਿੰਡ ਤੇ ਸ਼ਹਿਰ ਦੀ ਆਬਾਦੀ ਤੋਂ ਬਾਹਰ ਬਣਾਇਆ ਜਾਵੇ ਤੇ ਇਹਦੀ ਥਾਂ ਤੇ ਜਿਹੜਾ ਹੈਗਾ ਮਲਟੀ ਫੈਸਿਲਿਟੀ ਜਿਹੜਾ ਹੈਗਾ ਇੱਕ ਸਟੇਡੀਅਮ ਆ ਉਹ ਬਣਾਇਆ ਜਾਵੇ, ਤਾਂ ਕਿ ਸਾਡੇ ਜਿਹੜੇ ਮੁੰਡੇ ਆ ਜਿਹੜੇ ਇਹਨਾਂ ਦੀ ਜਿਹੜਾ ਹੈਗਾ ਫਿਜ਼ੀਕਲ ਜਿਹੜਾ ਹੈਗਾ ਫਿਟਨੈਸ ਦੇ ਵਿੱਚ ਵਾਧਾ ਹੋਵੇ ਤੇ ਇੱਥੋਂ ਕੋਈ ਜਿਹੜੇ ਹੈਗੇ ਆ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ਤੇ ਖਿਡਾਰੀ ਪੈਦਾ ਹੋਣ। ਪਰ ਦੁੱਖ ਦੀ ਗੱਲ ਹੈ ਗਿੱਦੜਵਾ ਹਲਕਾ ਜਿਹੜਾ ਕਿ ਪਹਿਲਾਂ ਦੇ ਵਿੱਤ ਮੰਤਰੀ ਰਹੇ, ਅੱਜ ਦੇ ਵਿੱਤ ਮੰਤਰੀ ਆ ਯੂਥ ਕਾਂਗਰਸ ਦੇ ਪ੍ਰਧਾਨ, ਉਸ ਤੋਂ ਬਿਨਾਂ ਇੱਥੇ ਜਿਹੜੇ ਹੈਗਾ ਮੁੱਖ ਮੰਤਰੀ ਜਿਹੜੇ ਤੇ ਸਾਬਕਾ ਮੁੱਖ ਮੰਤਰੀ ਇੱਥੇ ਬੜਾ ਕਲੋਜ਼ ਰਿਹਾ ਹਲਕਾ, ਤੇ ਗਿੱਦੜਵਾ ਹਲਕੇ ਦੇ ਕੋਲੇ ਹਜੇ ਤੱਕ ਆਪਦਾ ਸ਼ਹਿਰ ਦੇ ਵਿੱਚ ਆਪਾਂ ਕਹੀਏ ਜਾਂ ਪਿੰਡ ਦੇ ਵਿੱਚ ਕੋਈ ਗਰਾਊਂਡ ਵੀ ਨਾ ਹੋਣਾ, ਇਹ ਬੜੀ ਮੰਦਭਾਗੀ ਗੱਲ ਹੈ। ਤੇ ਇਹਦੇ ਉੱਤੇ ਜਿਹੜੀ ਹੈਗਾ ਇਹ ਜਿਹੜਾ ਇਹਨੂੰ ਡੰਪ ਨੂੰ ਚੱਕ ਕੇ ਇਹਦਾ ਜਿਹੜਾ ਗਰਾਊਂਡ ਬਣਾਇਆ ਜਾਵੇ। ਤੀਜੀ ਗੱਲ ਆ ਇਹਦੇ 'ਚ ਜਿਹੜਾ ਪੋਲੂਸ਼ਨ ਬੋਰਡ ਨੂੰ ਵੀ ਅਸੀਂ ਸ਼ਿਕਾਇਤ ਕਰਾਂਗੇ। ਉਸ ਤੋਂ ਬਿਨਾਂ ਜਿਹੜਾ ਹੈਗਾ ਆਪਾਂ ਕਿ ਐਸਡੀਐਮ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੰਨੇ ਆ, ਉਸ ਤੋਂ ਬਾਅਦ ਐਮਐਲਏ ਸਾਹਿਬਾਨ ਨੂੰ ਵੀ ਅਸੀਂ ਮੰਗ ਪੱਤਰ ਦਿੰਨੇ ਆ। ਇਹ ਜਿਹੜਾ ਹੈਗਾ ਉਹਨਾਂ ਨੂੰ ਪੋਸਟ ਕਰ ਦਿੱਤਾ ਜਾਊਗਾ, ਜਾਂ ਜੇ ਉਹਨਾਂ ਨੇ ਸਾਨੂੰ ਨਾ ਮਿਲਣ ਦਾ ਸਮਾਂ ਦਿੱਤਾ ਤਾਂ ਉਸ ਤੋਂ ਬਾਅਦ ਜੇਕਰ 15-20 ਦਿਨਾਂ ਤੱਕ ਇਹ ਜਿਹੜਾ ਇਹਨਾਂ ਤੇ ਕੋਈ ਕਾਰਵਾਈ ਨਹੀਂ ਕਰਦੇ, ਇਹਨਾਂ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ, ਤਾਂ ਅਸੀਂ ਜਿਹੜਾ ਇੱਥੋਂ ਜਿਹੜਾ ਟਰਾਲੀ ਭਰ ਕੇ ਇਹੀ ਕੂੜੇ ਦੇ ਡੰਪ ਦੇ ਵਿੱਚੋਂ ਗਾਂਦਾ ਇਹੀ ਜਿਹੜਾ ਹੈਗਾ ਪ੍ਰਸ਼ਾਸਨ ਅਧਿਕਾਰੀਆਂ ਦੇ ਬਾਰਗੇ ਤੇ ਇੱਥੋਂ ਦੇ ਐਮਐਲਏ ਦੇ ਬਾਰਗੇ ਲੈ ਕੇ ਜਾਵਾਂਗੇ ਤੇ ਉਹਨਾਂ ਨੂੰ ਭਾਵਾਂਗੇ, ਉਹਨਾਂ 'ਚ ਪਤਾ ਲੱਗੇ ਵੀ ਜਿਹੜਾ ਆ ਸਾਰਾ ਪਿੰਡ ਆ ਕਿਸ ਤਰ੍ਹਾਂ ਗੰਦ 'ਚ ਬੈਠਾ, ਤੇ ਇਹਦੀ ਜ਼ਿੰਮੇਵਾਰੀ ਫਿਰ ਜਿਹੜੀ ਪ੍ਰਸ਼ਾਸਨ ਦੀ ਹੋਊਗੀ, ਐਮਐਲਏ ਸਾਹਿਬਾਨ ਦੀ ਹੋਊਗੀ। ਫਿਰ ਕੱਲ ਨੂੰ ਨਾ ਕਿਉਂ ਵੀ ਮੁੰਡਿਆਂ ਨੇ ਜਿਹੜਾ ਇੱਥੋਂ ਟਰਾਲੀਆਂ ਭਰ ਕੇ ਜਿਹੜਾ ਹੈਗਾ ਸਾਡੇ ਬਾਰਗੇ ਲਾਉਣ ਨੂੰ ਆ ਗਏ ਆ। ਇਹ ਮੈਂ ਤੁਹਾਡੇ ਥਰੂ ਅੱਜ ਇਹ ਐਲਾਨ ਕਰਦਾ ਕਿ ਇਹ ਸੰਘਰਸ਼ ਜਿਹੜਾ ਤਿੱਖਾ ਹੋਣਾ, ਜਿਵੇਂ ਹੀ ਸਾਡੇ ਕਿਸਾਨੀ ਮਸਲਿਆਂ ਦਾ ਸੰਘਰਸ਼ ਜਿਹੜਾ ਹੈਗਾ ਉਹ ਨੇਪਰੇ ਚੜ੍ਹਦਾ ਹੈ ਤੇ ਸਾਨੂੰ ਬੂਰ ਪੈਂਦਾ, ਉਸ ਤੋਂ ਬਾਅਦ ਜਿਹੜਾ ਇਹ ਸੰਘਰਸ਼ ਆ ਉਦੋਂ ਅਗਲੇ ਦਿਨ ਹੀ ਜਿਹੜਾ ਹੈਗਾ ਬੜੀ ਤੀਬਰਤਾ ਨਾਲ ਚਲਾਇਆ ਜਾਊਗਾ। ਇਹਨੂੰ ਹਲਕੇ 'ਚ ਨਾ ਲਿਓ, ਕਿਉਂਕਿ ਅਸੀਂ ਬੇਨਤੀਆਂ ਕਰਦੇ ਨੂੰ ਸਾਨੂੰ ਲਗਭਗ 2 ਮਹੀਨੇ ਹੋ ਗਏ ਆ, ਹੁਣ ਵੀ ਅਸੀਂ ਬੇਨਤੀਆਂ ਕਰਦੇ ਹਾਂ ਵੀ ਸਾਨੂੰ ਮਜਬੂਰ ਨਾ ਕਰੋ ਕਿ ਅਸੀਂ ਜਿਹੜਾ ਹੈਗਾ ਇਹ ਟਰਾਲੀਆਂ ਭਰ ਕੇ ਜਿਹੜੀਆਂ ਹੈਗੀਆਂ ਇਹਨਾਂ ਦੇ 12 ਮੂਹਰੇ ਲੈ ਕੇ ਜਾਣੀਆਂ ਪੈਣ। ਸਾਨੂੰ ਵੀ ਗੰਦ 'ਚ ਹੱਥ ਮਾਰਦਾ ਕੋਈ ਸ਼ੌਂਕ ਨਹੀਂ, ਪਰ ਤੁਸੀਂ ਸਾਨੂੰ ਗੰਦ 'ਚ ਭਾਈ ਬੈਠੇ ਹੋ, ਇਹ ਸਾਡੇ ਵਾਸਤੇ ਬੜੀ ਦੁੱਖ ਦੀ ਗੱਲ ਹੈ। ਹਾਂਜੀ ਸਰ, ਕੀ ਮਾਮਲਾ ਕੀ ਜਿਵੇਂ ਤੁਸੀਂ ਅੱਜ ਮੀਟਿੰਗ ਕਰਦੇ ਹੋ? ਬਾਈ ਜੀ ਮਾਮਲਾ ਤਾਂ ਜਿਹੜਾ ਹੈਗਾ ਗਿੱਦੜਵਾ ਪਿੰਡ ਦੇ ਵਿੱਚ ਜਿਹੜਾ ਡੰਪ ਹੈ, ਜਿੱਥੇ ਜਿਹੜਾ ਗਿੱਦੜਵਾ ਸ਼ਹਿਰ ਤੋਂ ਇਲਾਵਾ ਪਿੰਡਾਂ ਤੋਂ ਇਲਾਵਾ ਹੋਰ ਇਲਾਕਿਆਂ ਤੋਂ ਲਿਆ ਕੇ ਵੀ ਜਿਹੜਾ ਕੂੜਾ ਸਿੱਟਿਆ ਜਾਂਦਾ, ਉਹ ਮਾਮਲਾ ਹੈ। ਜਿਵੇਂ ਕਿ ਅਸੀਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਸੀਗੀ, ਉਹਦੇ 'ਚ ਦੱਸਿਆ ਸੀਗਾ ਸਾਰੇ ਲੋਕਾਂ ਨੂੰ ਕਿ ਗਿੱਦੜਵਾ ਦੇ ਵਿੱਚ ਜਿਹੜਾ ਹੈਗਾ ਲਗਭਗ ਖੁੱਲ੍ਹਾ ਡੰਪ ਆ ਜਿਹੜਾ ਕਿ 3-4 ਕਿੱਲਿਆਂ ਤੋਂ ਵੀ ਵੱਧ ਹੈ, ਕਿਉਂਕਿ ਸੜਕਾਂ 'ਤੇ ਵੀ ਕੂੜਾ ਸੁੱਟ ਜਾਂਦੇ ਆ, ਲੋਕਾਂ ਦੇ ਘਰਾਂ ਦੇ ਨਾਲ ਵੀ ਲਾ ਜਾਂਦੇ ਆ, ਲੋਕਾਂ ਦੇ ਖੇਤਾਂ 'ਚ ਵੀ ਕੂੜਾ ਆ ਜਾਂਦਾ। ਤਾਂ ਉਹਦੇ ਬਾਬਤ ਜਿਹੜਾ ਹੈਗਾ ਅਸੀਂ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਸੰਘਰਸ਼ ਕਰ ਰਹੇ ਹਾਂ। ਪਹਿਲਾਂ ਅਸੀਂ ਜਿਹੜਾ ਹੈਗਾ 15-16 ਦਿਨਾਂ ਦਾ 16 ਤਰੀਕ ਤੱਕ ਦਾ 16 ਸਤੰਬਰ ਦਾ ਅਲਟੀਮੇਟਮ ਦਿੱਤਾ ਸੀਗਾ। ਉਦੋਂ ਬਾਅਦ ਅਸੀਂ ਆਪਦੀ ਜਿਹੜੀ ਇੱਕ ਜਿਹੜਾ ਹੈਗਾ ਐਕਸ਼ਨ ਕਮੇਟੀ ਹੈ ਉਹ ਚੁਣੀ ਹੈ, ਤੇ ਅੱਜ ਉਦੋਂ ਗਾਂਹ ਵਾਲਾ ਜਿਹੜਾ ਹੈਗਾ ਅਸੀਂ ਜਿਹੜਾ ਅੱਜ ਹਸਤਾਖਰ ਮੁਹਿੰਮ ਆ ਜਿਹੜੀ ਉਹ ਸ਼ੁਰੂ ਕਰ ਰਹੇ ਹਾਂ। ਕੱਲੇ ਘਰ ਦੇ ਵਿੱਚ ਗਿੱਦੜਵਾ ਦੇ ਵਿੱਚ ਗਿੱਦੜਵਾ ਪਿੰਡ ਦੇ ਵਿੱਚ ਵੀ ਜਿਹੜਾ ਹੈਗਾ ਕੱਲੇ ਘਰ ਦੀ ਸਹਿਮਤੀ ਲੈ ਕੇ ਜਿਹੜੀ ਸੰਬੰਧਿਤ ਅਧਿਕਾਰੀ ਨੇ, ਚਾਹੇ ਉਹ ਐਸਡੀਐਮ ਸਾਹਿਬ ਨੇ, ਚਾਹੇ ਮਿਊਨਿਸਪਲ ਕਮੇਟੀ ਦੇ ਅਧਿਕਾਰੀ ਨੇ, ਚਾਹੇ ਐਮਐਲਏ ਗਿੱਦੜਵਾ ਨੇ, ਤੇ ਪੰਜਾਬ ਸਰਕਾਰ ਦੇ ਜੋ ਵੀ ਜ਼ਿੰਮੇਵਾਰ ਅਧਿਕਾਰੀ ਨੇ, ਉਹਨਾਂ ਤੱਕ ਜਿਹੜਾ ਹੈਗਾ ਅਸੀਂ ਲਿਖਤੀ ਰੂਪ ਦੇ ਵਿੱਚ ਇਹ ਮੰਗ ਪੱਤਰ ਦੇਵਾਂਗੇ। ਤੇ ਜੇਕਰ ਇਹਦੇ ਉੱਤੇ ਜਿਹੜਾ ਹੈਗਾ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ, ਜੇਕਰ ਇਹ ਡੰਪ ਨਹੀਂ ਚੱਕਿਆ ਜਾਂਦਾ। ਮਾਮਲਾ ਜੀ ਕੂੜੇ ਦਾ, ਕੂੜੇ 'ਚ ਸਾਡੇ ਵਾਟਰ ਬਾਕਸ ਦੀਆਂ ਪਾਈਪਾਂ ਵੀ ਲੀਕ ਹੋ ਜਾਂਦੀਆਂ, ਉਹੀ ਪਾਣੀ ਸਾਨੂੰ ਪੀਣ ਨੂੰ ਮਿਲਦਾ। ਇਹ ਪਹਿਲਾਂ ਸੀਗਾ ਜੀ ਪਿੰਡ ਸਾਡੇ, ਇਹ ਇੱਥੇ ਅਸੀਂ ਖੇਡਦੇ ਸੀ, ਪਿੰਡ ਵੀ ਸੀ, ਇਹਨੂੰ ਰੋਕ ਕੇ ਇਹ ਕੂੜੇ ਵਾਲਾ ਲਾ ਛੱਡਿਆ ਇਹਨਾਂ ਨੇ। ਇੱਥੇ ਮਰੇ ਪਸ਼ੂ ਵੀ ਸਿੱਟਦੇ ਆ, ਨੇੜੇ ਸਾਡਾ ਸ਼ਮਸ਼ਾਨ ਘਾਟ ਆ, ਨੇੜੇ ਗੁਰਦੁਆਰਾ, ਤੇ ਅਸੀਂ ਬਹੁਤ ਔਖੇ ਆ ਜੀ। ਕਿੱਥੋਂ ਦਾ ਕੂੜਾ ਆਉਂਦਾ ਇੱਥੇ? ਕਿੱਥੋਂ ਇਹ ਬਹੁਤ ਦੂਰੋਂ ਕੂੜਾ ਆਉਂਦਾ ਜੀ। ਆ ਜਿਹੜੇ ਫਲੈਕਸ਼ਾਂ ਸਾਫ਼ ਕਰਦੇ ਆ ਖਬੋਰ ਤੱਕ ਦੇ ਇੱਥੇ ਆਉਂਦੇ ਆ ਜੀ, ਇੱਥੇ ਹੀ ਡੋਲ ਜਾਂਦੇ ਆ। ਅਸੀਂ ਇਕੱਲੇ ਕਿਹਦੇ ਨਾਲ ਲੜ ਗਏ ਜੀ, ਆਹ ਸਾਨੂੰ ਬਹੁਤ ਦਿਖਾਈ ਹੈ। ਜ਼ਮੀਨ ਦੀ ਗੱਲ ਕਰੀ, ਜਿਹੜੀ ਜਗ੍ਹਾ ਹੈ ਕਿਹਦੇ ਨਾਂ ਤੇ ਇਹ ਜਗ੍ਹਾ ਹੈ? ਇਹ ਜਗ੍ਹਾ ਜੀ ਸ਼ਾਮ ਲਾੜ ਦੇ ਨਾਂ ਤੇ ਪਾਈ ਜਾਂਦੀ ਆ। ਹੁਣ ਸਾਨੂੰ ਪੱਕਾ ਪਤਾ ਨਹੀਂ ਮੈਨੂੰ ਵੀ ਕਿ ਕਿਹਦੀ ਜਗ੍ਹਾ ਕਿਹਦੀ। ਕੀ ਮੰਗ ਕੀ ਹੈ ਹੁਣ ਤੁਹਾਡੀ? ਮੰਗ ਸਾਨੂੰ ਕੂੜਾ ਚੁਕਾਉਣ ਦੀ ਹੈ ਜੀ, ਕੂੜਾ ਸਾਡਾ ਚੱਕਿਆ ਜਾਵੇ ਤੇ ਸਾਨੂੰ ਸਾਹ ਸੌਖਾ ਹੋਵੇ। ਨੇੜੇ ਸਾਡੇ ਘਰਾਂ ਮੱਖੀਆਂ ਬਹੁਤ ਆਈ ਜਾਂਦੀਆਂ, ਮੱਖੀਆਂ ਨਾਲ ਬਿਮਾਰੀਆਂ ਫੈਲਦੀਆਂ, ਮੱਛਰ ਵੀ ਬਹੁਤ ਆਈ। ਗਿੱਦੜਬਾਹਾ ਤੋਂ ਸੋਨੀ ਢੱਲਾ ਦੀ ਰਿਪੋਰਟ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ
ਕੁਝ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।